ਕੁੜੀਆਂ ਦਾ ਸਭ ਤੋਂ ਪਹਿਲਾ ਸਕੂਲ ਸਨ 1906 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ। ਉੱਤਰੀ ਭਾਰਤ ਦਾ ਸਭ ਤੋਂ ਪਹਿਲਾ ਕੁੜੀਆਂ ਦਾ ਸਕੂਲ ਹੈ ਪੰਜਾਬ ਦੇ ਇਸ ਜਗ੍ਹਾ ਦੇ ਉੱਤੇ ਮੌਜੂਦ। ਇਸ ਸਕੂਲ ਨੂੰ ਬਣਾਉਣ ਵਾਸਤੇ 1906 ਵਿੱਚ ਲੱਗੇ ਸਨ 50,000 ਰੁਪਏ। ਭਾਈ ਸਾਹਿਬ ਭਾਈ ਤਖਤ ਸਿੰਘ ਨੇ ਸਕੂਲ ਦੀ शुरुआत की सी। ਉਹਨਾਂ ਸਮਿਆਂ ਵਿੱਚ ਜਦੋਂ ਅਜੇ ਸਿੱਖਿਆ ਹੀ ਜਿਹੜੀ ਹੈ ਉਹ ਭਾਰਤ ਵਿੱਚ ਉਹਦੇ ਬਾਰੇ ਨਹੀਂ ਸੀ ਸੋਚਿਆ ਜਾਂਦਾ, ਬੱਚਿਆਂ ਦੀ ਵਿੱਦਿਆ ਬਾਰੇ ਸਾਡੇ ਕੋਲ ਚਾਨਣ ਨਹੀਂ ਸੀ। ਉਹਨਾਂ ਸਮਿਆਂ ਵਿੱਚ ਕੁੜੀਆਂ ਵਾਸਤੇ ਸਿੱਖਿਆ ਲਈ ਇਹ ਸਕੂਲ ਬਣਾਇਆ ਗਿਆ। ਸਕੂਲ ਜਦੋਂ ਬਣਨਾ ਸ਼ੁਰੂ ਹੁੰਦਾ, ਇਹ ਗੱਲ 1892 ਦੀ ਹੈ। 1892 ਦੇ ਵਿੱਚ ਉਹ ਆਪਣੇ ਪਤਨੀ ਦੇ ਨਾਲ ਸਿਰਫ 2 ਕਮਰਿਆਂ ਦੇ ਵਿੱਚ ਇਹ ਸਕੂਲ ਸ਼ੁਰੂ ਕਰਦੇ ਆ। ਤੁਸੀਂ ਹੈਰਾਨ ਹੋਵੋਗੇ, ਅੱਜ ਇਸ ਦੇ 38 ਕਮਰੇ ਆ। 2 ਕਮਰਿਆਂ ਦੇ ਇੱਕ ਬਿਲਡਿੰਗ ਦੇ ਵਿੱਚ ਸਕੂਲ ਸ਼ੁਰੂ ਕਰਦੇ ਆ ਤੇ ਸਿਰਫ 3 ਬੱਚੀਆਂ ਉਹਨਾਂ ਕੋਲ ਪੜ੍ਹਨ ਆਉਂਦੀਆਂ। ਉਹ ਘਰ ਘਰ ਜਾਂਦੇ ਆ ਬੱਚੀਆਂ। ਉਹ 3 ਬੱਚੀਆਂ ਦੇ ਮਾਂ-ਬਾਪ ਵੀ ਉਹ ਬੱਚੀਆਂ ਨੂੰ ਸਕੂਲੋਂ ਜ਼ਬਰਦਸਤੀ ਘਰ ਲੈ ਜਾਂਦੇ ਸੀ ਵੀ ਅਸੀਂ ਕੁੜੀਆਂ ਨੂੰ ਨਹੀਂ ਪੜ੍ਹਾਉਣਾ, ਹੁਣ ਸਾਡੀਆਂ ਕੁੜੀਆਂ ਇੱਥੇ ਪੜ੍ਹਿਆ ਕਰਨਗੀਆਂ। ਪਰ ਇਹਨਾਂ ਨੂੰ ਜਨੂੰਨ ਸੀ ਪੜ੍ਹਾਈ ਕਰਾਉਣ ਦਾ ਕੁੜੀਆਂ ਦੀ। ਤਾਂ ਉਸ ਲਈ ਇਹ ਕੀ ਕਰਦੇ ਆ ਕਿ ਵਾਰ-ਵਾਰ ਕੁੜੀਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਸਮਝਾ ਕੇ ਵਾਪਸ ਇੱਥੇ ਲੈ ਕੇ ਆਉਂਦੇ ਆ। 3 ਤੋਂ 5, 5 ਤੋਂ 7, 10। ਪਰ ਇਹਨਾਂ ਨੂੰ ਲੱਗਦਾ ਕਿ ਮੈਨੂੰ ਤਾਂ ਇੱਥੇ ਇੱਕ ਬੋਰਡਿੰਗ ਹਾਊਸ ਚਾਹੀਦਾ, ਇੱਕ ਸੁਰੱਖਿਅਤ ਇਮਾਰਤ ਚਾਹੀਦੀ ਹੈ, ਮੈਂ ਕੁੜੀਆਂ ਪੜ੍ਹਾਉਣੀਆਂ। ਉਹਨਾਂ ਸਮਿਆਂ ਵਿੱਚ ਛੱਡ ਕੇ ਅੱਜ ਵੀ ਅਸੀਂ ਨਹੀਂ ਸੋਚ ਸਕਦੇ। ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਉਹ ਸਿਰਫ ਇਸ ਸਕੂਲ ਲਈ ਕਮਾਈ ਕਰਨ ਲਈ ਮਲਾਇਆ, ਸਿੰਗਾਪੁਰ, ਚੀਨ, ਇਹੋ ਜਿਹੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਆ। ਆਪਣਾ ਵਪਾਰ, ਆਪਣੇ ਛੋਟੇ ਛੋਟੇ ਬੱਚੇ, ਪਤਨੀ ਨੂੰ ਇੱਥੇ ਛੱਡ ਕੇ ਪਤਨੀ ਨੂੰ ਪਿੱਛੋਂ ਇਹ ਜ਼ਿੰਮੇਵਾਰੀ ਲਾ ਕੇ ਜਾਂਦੇ ਕਿ ਇਹ 2 ਕਮਰਿਆਂ ਦਾ ਸਕੂਲ ਚੱਲਦਾ ਰਹਿਣਾ ਚਾਹੀਦਾ। ਤੇ ਉਹਨਾਂ ਨੂੰ ਬਜਟ ਤੋਂ ਪਤਾ ਸੀ ਕਿ ਉਹਨਾਂ ਸਮਿਆਂ ਵਿੱਚ 50,000 ਰੁਪਏ ਚਾਹੀਦੇ ਆ ਇਸ ਸਕੂਲ ਦੀ ਬਿਲਡਿੰਗ ਬਣਾਉਣ ਲਈ। ਉਹ ਖੁਦ ਆਪਣੀ ਕਮਾਈ ਵਿੱਚੋਂ ਅੰਸ਼ਦਾਨ ਜੋੜਦੇ ਰਹੇ। ਆਖਰ ਉਹ 50,000 ਰੁਪਇਆ ਲੈ ਕੇ, ਤੁਸੀਂ ਸੋਚੋ ਵਿਜੇ ਜੀ ਕਿ ਉਹਨਾਂ ਸਮਿਆਂ ਵਿੱਚ 1892 ਤੋਂ 1906 ਦੇ ਦੌਰਾਨ 50,000 ਦੀ ਰਕਮ ਕਿੰਨੀ ਵੱਡੀ ਹੋਏਗੀ। ਇੱਕ ਗੱਲ ਮੈਂ ਤੁਹਾਨੂੰ ਇੱਕ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਭਾਈ ਤਖਤ ਸਿੰਘ ਹੋਰੀ ਸੀਗੇ, ਉਹ ਕੋਈ ਬਹੁਤ ਵੱਡੇ ਖਾਨਦਾਨੀ ਰਹੀਸ ਪਰਿਵਾਰ ਤੋਂ ਨਹੀਂ ਸੀਗੇ। ਬਹੁਤ ਹੀ ਮਾਮੂਲੀ ਨੌਕਰੀ ਕਰਦੇ ਸੀ ਉਹਨਾਂ ਦੇ ਪਿਤਾ ਜੀ। ਇਸ ਲਈ ਉਹਨਾਂ ਕੋਲ ਇਹ ਨਹੀਂ ਸੀ ਕਿ ਉਹਨਾਂ ਕੋਲ ਆਪਣਾ ਪੈਸਾ ਸੀ। ਤੁਸੀਂ ਇੱਥੇ ਦੇਖੋ, ਇਸ ਵੇਲੇ ਸਿਰਫ ਇਹ ਬਿਲਡਿੰਗ ਹੀ ਨਾ ਦੇਖੋ, ਨਾਲ ਇਹ ਪੂਰੀ ਬਿਲਡਿੰਗ ਵਾਸਤੇ ਖਰੀਦੀ ਗਈ 7 ਕਿੱਲੇ ਪੈਲੀ ਵੀ ਦੇਖੋ। ਇਹ ਵੇਖੋ 2001 ਤੋਂ ਲੈ ਕੇ ਹੁਣ ਤੱਕ ਇਹਨਾਂ ਸਕੂਲਾਂ 'ਚ ਭਰਤੀਆਂ ਹੀ ਨਹੀਂ ਹੋ ਰਹੀਆਂ। 2001 ਵਿੱਚ ਉਸ ਸਮੇਂ ਦੀ ਸਰਕਾਰ ਨੇ ਇਹਨਾਂ ਦੇ ਉੱਤੇ ਬੈਨ ਲਾਇਆ ਸੀ ਭਰਤੀਆਂ ਦੇ ਉੱਤੇ। ਉਦੋਂ ਤੋਂ ਲੈ ਕੇ ਹੁਣ ਤੱਕ ਟੀਚਰਾਂ ਦੀਆਂ ਭਰਤੀਆਂ ਤੇ ਟੀਚਰ ਜਿਹੜੇ ਆ ਉਸ ਤੋਂ ਬਾਅਦ ਇਹਦੇ 'ਚ ਭਰਤੀ ਹੋਣੇ ਫਰੀਜ਼ ਹੋ ਗਏ ਆ। ਤੇ ਇਸੇ ਕਾਰਨ ਇਸ ਵੇਲੇ ਵੀ ਇਸ ਸਕੂਲ ਵਿੱਚ ਤੁਸੀਂ ਮਤਲਬ ਹੈਰਾਨ ਹੋਵੋਗੇ ਕਿ ਸਿਰਫ 2 ਹੀ ਰੈਗੂਲਰ ਅਧਿਆਪਕ ਕੰਮ ਕਰ ਰਹੇ ਆ। 38 ਕਮਰਿਆਂ ਦਾ ਸਕੂਲ ਹੈ। 500 ਤੋਂ ਲਗਭਗ ਬੱਚੇ ਪੜ੍ਹਦੇ ਆ ਇੱਥੇ ਅੱਜ ਵੀ। ਸਿੱਖ, ਹਿੰਦੂ, ਮੁਸਲਿਮ ਕੁੜੀਆਂ, ਸਾਰੀਆਂ ਹੀ ਕੁੜੀਆਂ ਆ ਕੇ ਪੜ੍ਹਦੀਆਂ ਸਨ। ਬਿਲਕੁਲ ਜੀ, ਬਿਲਕੁਲ। ਇਸ ਸਕੂਲ ਦੀ ਖਾਸੀਅਤ ਹੈ ਕਿ ਇੱਥੇ ਕਈ ਜਿਵੇਂ ਫਰੀਦਕੋਟ ਦੇ ਰਾਜੇ ਜਾਂ ਹੋਰ ਰਾਜਿਆਂ ਦੀਆਂ ਜਿਹੜੀਆਂ ਰਾਜਕੁਮਾਰੀਆਂ ਉਹ ਵੀ ਪੜ੍ਹਨ ਆਉਂਦੀਆਂ ਨੇ ਇਸ ਸਕੂਲ ਦੇ ਵਿੱਚ। ਹਾਂਜੀ ਬਿਲਕੁਲ। ਸਕੂਲ ਦੀ ਦਿਸ਼ਾ ਦੇਖੋਗੇ, ਇਹ ਸਕੂਲ ਇਸ ਵੇਲੇ ਪੁਰਾਣੀ ਲਾਹੌਰ ਕਸੂਰ ਰੋਡ ਦੇ ਉੱਤੇ ਹੈ। ਇਸ ਸਕੂਲ ਦਾ ਗੇਟ ਵੀ ਲਾਹੌਰ ਵੱਲ ਹੀ ਹੈ ਤੇ ਲਾਹੌਰ ਕਸੂਰ ਰੋਡ ਦੇ ਉੱਤੇ ਹੀ ਹੈ ਇਹ ਸਕੂਲ। ਇਹ ਲਾਹੌਰ ਕਸੂਰ ਰੋਡ ਕਿਹਾ ਜਾਂਦਾ ਸੀ? ਹਾਂਜੀ, ਇੱਧਰ ਜਿਹੜੀ ਆਪਾਂ ਰੋਡ ਬਾਹਰੋਂ ਆਏ ਆ ਉਹ ਲਾਹੌਰ ਕਸੂਰ ਨੂੰ ਹੀ ਜਾਂਦੀ ਸੀ ਉਹ ਰੋਡ। ਸਮੇਂ ਦੇ ਨਾਲ ਸ਼ਾਇਦ ਭਾਈ ਤਖਤ ਸਿੰਘ ਹੋਣੀ ਨਹੀਂ ਸੀ ਜਾਣਦੇ ਕਿ ਪੰਜਾਬ ਦੇ ਸੀਨੇ ਦੇ ਉੱਤੇ 1947 'ਚ ਇੰਨੀ ਡੂੰਘੀ ਲੀਕ ਖਿੱਚ ਦਿੱਤੀ ਜਾਏਗੀ ਕਿ ਪੰਜਾਬ ਨੂੰ ਚੀਰ ਕੇ 2 ਹਿੱਸਿਆਂ 'ਚ ਵੰਡ ਦਿੱਤਾ ਜਾਏਗਾ। ਤੇ ਉਹਨਾਂ ਨੇ ਇਸ ਸਕੂਲ ਨੂੰ ਲਾਹੌਰ ਵਾਲੇ ਆਉਂਦੀ ਮੁੱਖ ਜਰਨੈਲੀ ਸੜਕ ਵੱਲ ਰੱਖਿਆ ਸੀ। ਪਰ 1947 ਤੋਂ ਬਾਅਦ ਇਹੀ ਸਭ ਤੋਂ ਜ਼ਿਆਦਾ ਤਿਆਗੀ ਹੋਈ। ਕੁਝ ਫਿਲਮੀ ਅਦਾਕਾਰਾਂ ਦੀ ਖਿੱਚ ਦਾ ਕਾਰਨ ਕੇਂਦਰ ਵੀ ਰਹੀ ਹੈ। ਹੁੰਦੀਆਂ ਫਿਲਮਾਂ ਸ਼ੂਟ ਇੱਥੇ? ਹਾਂਜੀ, ਇੱਥੇ 2 ਫਿਲਮਾਂ ਸ਼ੂਟ ਹੋਈਆਂ ਆ ਹਜੇ ਤੱਕ। ਫਲਾਇੰਗ ਸਿੱਖ ਜਿਹੜੀ ਦਿਲਜੀਤ ਦੋਸਾਂਝ ਹੋਣਾ ਦੀ ਫਿਲਮ ਹੈ, ਉਹਦੀ ਸ਼ੂਟਿੰਗ ਇੱਥੇ ਹੋਈ ਸੀ। ਉਸ ਤੋਂ ਇਲਾਵਾ ਬਹੁਤ ਮਸ਼ਹੂਰ ਇੱਕ ਫਿਲਮ ਹੋਈ ਸੀਗੀ ਬੰਬੂ ਕਾਟ ਦੀ ਜ਼ਿਆਦਾਤਰ ਫਿਲਮ ਜਿਹੜੀ ਆ ਉਹ ਇਸ ਸਕੂਲ ਦੇ ਵਿੱਚ ਹੀ ਬਣੀ ਸੀ। ਜੇਲ੍ਹ ਦਾ ਗੇਟ ਤੇ ਜੇਲ੍ਹ ਜਿਹੜੀ ਹੈ ਉਹ ਇੱਥੋਂ ਹੀ ਲਈ ਗਈ ਸੀ ਇਸੇ ਸਕੂਲ ਨੂੰ। ਤਾਂ ਅਸੀਂ ਸਮੇਂ ਮੌਜੂਦ ਹਾਂ ਫਿਰੋਜ਼ਪੁਰ ਦੇ ਵਿੱਚ। ਫਿਰੋਜ਼ਪੁਰ 'ਚ ਪਹਿਲਾ ਕੁੜੀਆਂ ਦਾ ਸਕੂਲ ਬਣਾਇਆ ਗਿਆ ਸੀ। ਉੱਤਰ ਭਾਰਤ ਦਾ ਪਹਿਲਾ ਸਕੂਲ ਫਿਰੋਜ਼ਪੁਰ ਵਿੱਚ ਬਣਿਆ ਸੀ।
1892 ਦੇ ਵਿੱਚ ਬਣਿਆ ਸੀ। ਤਾਂ ਚਰਚਾ ਕਰਾਂਗੇ ਇਸ ਸਕੂਲ ਨੂੰ ਲੈ ਕੇ ਕਿ ਕਿਉਂ ਹੁਣ ਤੱਕ ਇਸ ਸਕੂਲ ਨੂੰ ਯੂਨੀਵਰਸਿਟੀ ਦਾ ਦਰਜਾ ਨਹੀਂ ਦਿੱਤਾ ਗਿਆ। ਇਤਿਹਾਸ ਤੇ ਵੀ ਜਾਵਾਂਗੇ, ਕਿਵੇਂ ਸਕੂਲ ਬਣਿਆ, ਕੀ ਸਕੂਲ ਬਣਾਉਣ ਵਾਸਤੇ ਕਰਨਾ ਪਿਆ। ਜਿੰਦਾ ਸ਼ਹੀਦ ਕਿਹਾ ਜਾਂਦਾ ਸੀ ਭਾਈ ਤਖਤ ਸਿੰਘ ਜੀ ਨੂੰ, ਜਿਨ੍ਹਾਂ ਨੇ ਘਰ ਘਰ ਜਾ ਕੇ ਕੁੜੀਆਂ ਨੂੰ ਇਕੱਠਾ ਕੀਤਾ ਤੇ ਕਿਹਾ ਵੀ ਤੁਹਾਡੇ ਵਾਸਤੇ ਸਿੱਖਿਆ ਬਹੁਤ ਹੀ ਜ਼ਰੂਰੀ ਹੈ। ਤਾਂ ਸਾਡੇ ਨਾਲ ਮੌਜੂਦ ਹੋਣਗੇ ਸੁਖਵਿੰਦਰ ਸਿੰਘ, ਜੋ ਕਿ ਫਿਰੋਜ਼ਪੁਰ ਦੇ ਨੇ, ਲੈਕਚਰਰ ਨੇ, ਬੱਚਿਆਂ ਨੂੰ ਪੜ੍ਹਾਉਂਦੇ ਨੇ, ਖੂਬ ਜਾਣਦੇ ਨੇ ਕਿ ਬੱਚੇ ਸਿੱਖਿਆ ਤੋਂ ਬਿਨਾਂ ਕਿੰਨੇ ਅਧੂਰੇ ਹੁੰਦੇ ਨੇ। ਤਾਂ ਸੁਖਵਿੰਦਰ ਸਿੰਘ ਸਾਡੇ ਨਾਲ ਨੇ, ਚਰਚਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਸੁਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਐਡਾ ਵੱਡਾ ਸਕੂਲ ਜੋ ਬਣਾਇਆ ਗਿਆ, ਕਾਫੀ ਪੁਰਾਣਾ ਹੈ, ਦਰਸ਼ਕਾਂ ਨੂੰ ਦੱਸ ਦਿਓ ਵੀ ਕਦੋਂ ਬਣਿਆ, ਕਿਸ ਨੇ ਬਣਵਾਇਆ, ਉਹ ਬਣਾਉਣ ਦਾ ਮੁੱਖ ਕਾਰਨ ਕੀ ਸੀ? ਇਹ ਸਕੂਲ ਸਾਡੇ ਮਤਲਬ ਇਸ ਪੂਰੇ ਨਾਰਥ ਇੰਡੀਆ ਦੇ ਵਿੱਚ ਜਾਂ ਉੱਤਰ ਭਾਰਤ ਦੇ ਵਿੱਚ ਕੁਝ ਪੁਰਾਣੇ, ਬਹੁਤ ਹੀ ਪੁਰਾਣੇ ਵਿੱਦਿਅਕ ਅਦਾਰਿਆਂ ਦੇ ਵਿੱਚੋਂ ਇੱਕ ਹੈ। ਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿੱਖ ਕੰਨਿਆ ਮਹਾਵਿਦਿਆਲਾ, ਇਸ ਦਾ ਜਿਵੇਂ ਕਿ ਨਾਮ ਤੁਸੀਂ ਵੀ ਦੱਸਿਆ, ਇਹ ਸਿਰਫ ਐਕਸਕਲੂਸਿਵਲੀ ਕੁੜੀਆਂ ਵਾਸਤੇ ਬਣਾਇਆ ਗਿਆ ਸਕੂਲ ਸੀਗਾ। ਉਹਨਾਂ ਸਮਿਆਂ ਵਿੱਚ ਜਦੋਂ ਅਜੇ ਸਿੱਖਿਆ ਹੀ ਜਿਹੜੀ ਹੈ ਉਹ ਭਾਰਤ ਵਿੱਚ ਉਹਦੇ ਬਾਰੇ ਨਹੀਂ ਸੀ ਸੋਚਿਆ ਜਾਂਦਾ, ਬੱਚਿਆਂ ਦੀ ਵਿੱਦਿਆ ਬਾਰੇ ਸਾਡੇ ਕੋਲ ਚਾਨਣ ਨਹੀਂ ਸੀ। ਉਹਨਾਂ ਸਮਿਆਂ ਵਿੱਚ ਕੁੜੀਆਂ ਵਾਸਤੇ ਸਿੱਖਿਆ ਲਈ ਇਹ ਸਕੂਲ ਬਣਾਇਆ ਗਿਆ। ਤੇ ਇਸ ਸਕੂਲ ਨੂੰ ਬਣਾਉਣ ਵਾਲੇ ਭਾਈ ਤਖਤ ਸਿੰਘ ਸਨ, ਜਿਨ੍ਹਾਂ ਦੀ ਪੈਦਾਇਸ਼ ਵੀ ਇਸੇ ਸ਼ਹਿਰ ਦੀ ਸੀਗੀ। ਤੇ ਉਸ ਤੋਂ ਬਾਅਦ ਉਹ ਬਹੁਤ ਛੋਟੀ ਉਮਰੇ, ਕਿਉਂਕਿ ਉਹਨਾਂ ਦਾ ਸੰਬੰਧ ਉਸ ਸਮੇਂ ਇਤਿਹਾਸ ਦੇ ਉਸ ਕਾਲ ਦੇ ਵਿੱਚ ਪੈਦਾ ਹੋਏ ਸੀ, 1862 ਦੇ ਵਿੱਚ, ਜਦੋਂ ਭਾਰਤ ਵਿੱਚ ਜਾਂ ਪੰਜਾਬ ਵਿੱਚ ਖਾਸ ਕਰ ਅੰਗਰੇਜ਼ਾਂ ਦਾ ਕਬਜ਼ਾ ਹੋ ਰਿਹਾ ਸੀਗਾ। ਤੇ ਅੰਗਰੇਜ਼ਾਂ ਨੇ ਆਪਣੀ ਈਸਾਈ ਸਿੱਖਿਆ ਜਾਂ ਹੋਰ ਤਰੀਕੇ ਦੀ ਜਿਹੜੀ ਨਵੇਂ ਤਰੀਕੇ ਦੀ ਇੱਕ ਮੱਧ ਵਰਗ ਸ਼੍ਰੇਣੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਸਮਿਆਂ ਦੇ ਵਿੱਚ ਭਾਈ ਤਖਤ ਸਿੰਘ ਹੋਣੀ ਸਿੰਘ ਸਭਾ ਲਹਿਰ ਦੇ ਸਮੇਂ ਵਿੱਚ ਜਵਾਨ ਹੁੰਦੇ ਆ। ਜਦੋਂ 1875 ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਹੋਣੀ ਸਿੰਘ ਸਭਾ ਲਹਿਰ ਨੂੰ ਸਥਾਪਿਤ ਕਰਦੇ ਆ, ਤਾਂ ਉਹ ਭਾਈ ਤਖਤ ਸਿੰਘ ਹੋਣੀ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਆ। ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਪੜ੍ਹਨ ਜਾਂਦੇ ਆ, ਜਿੱਥੇ ਉਹਨਾਂ ਦਾ ਮੇਲ ਪੰਜਾਬੀ ਦੇ ਬਹੁਤ ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ, ਜਿਨ੍ਹਾਂ ਦੇ ਨਾਂ ਨਾਲ ਮੇਰਾ ਪਿੰਡ ਵਰਗੀ ਬਹੁਤ ਮਹਾਨ ਕਿਤਾਬ ਜੋੜੀ ਜਾਂਦੀ ਹੈ, ਉਹਨਾਂ ਨੇ ਲਿਖੀ, ਗਿਆਨੀ ਦਿੱਤ ਸਿੰਘ ਨਾਲ ਹੁੰਦਾ ਆ ਸਿੰਘ ਸਭਾ ਲਹਿਰ ਦੇ ਪ੍ਰਭਾਵ ਵਿੱਚ। ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਇਹਨਾਂ ਹੀ ਸਮਿਆਂ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਹੈ ਉਸ ਨੂੰ ਬਣਦਾ ਵੇਖਦੇ ਆ ਭਾਈ ਤਖਤ ਸਿੰਘ ਹੋਣੀ। 1890 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਜਦੋਂ ਬਣ ਚੁੱਕਾ ਸੀਗਾ, ਉਹਨਾਂ ਸਮਿਆਂ ਦੇ ਵਿੱਚ ਭਾਈ ਤਖਤ ਸਿੰਘ ਹੁਣਾਂ ਨੂੰ ਲੱਗਾ ਕਿ ਮੁੰਡਿਆਂ ਦੀ ਸਿੱਖਿਆ ਵਾਸਤੇ ਤਾਂ ਇੱਕ ਬੜਾ ਵਧੀਆ ਕਾਲਜ ਬਣ ਗਿਆ, ਕੁੜੀਆਂ ਦੀ ਸਿੱਖਿਆ ਦਾ ਕੀ? ਤਾਂ ਉਹਨਾਂ ਨੇ ਇੱਕ ਬੜਾ ਖੂਬਸੂਰਤ ਨਾਰਾ ਦਿੱਤਾ ਕਿ ਔਰਤ ਨੂੰ ਅਬਲਾ ਤੋਂ ਸਬਲਾ ਬਣਾਉਣ ਵਾਸਤੇ ਜ਼ਰੂਰਤ ਹੈ ਵਿੱਦਿਆ ਦੀ। ਇਹ ਉਹਨਾਂ ਦੇ ਮਨ 'ਚ ਐਸੀ ਚੇਟਕ ਲੱਗੀ ਕਿ ਇਹ ਜਨੂੰਨ ਬਣ ਗਿਆ ਉਹਨਾਂ ਦਾ ਕਿ ਇੱਕ ਵਿੱਦਿਅਕ ਅਦਾਰਾ ਜਿਹੜਾ ਸਿਰਫ ਕੁੜੀਆਂ ਵਾਸਤੇ ਹੋਵੇ ਤੇ ਉਹਨਾਂ ਨੂੰ ਵਿੱਦਿਆ ਦੇਵੇ, ਚਾਨਣ ਮੁਨਾਰਾ ਬਣੇ, ਉਹ ਸਥਾਪਿਤ ਕੀਤਾ ਜਾਵੇ। ਸਕੂਲ ਕਦੋਂ ਬਣਨਾ ਸ਼ੁਰੂ ਹੁੰਦਾ ਹੈ? ਉਹਦੇ ਬਣਾਉਣ ਲਈ ਕਿੰਨਾ ਖਰਚਾ ਆਉਂਦਾ ਸਕੂਲ ਦੇ ਉੱਤੇ? ਸਕੂਲ ਜਦੋਂ ਬਣਨਾ ਸ਼ੁਰੂ ਹੁੰਦਾ, ਇਹ ਗੱਲ 1892 ਦੀ ਹੈ। 1892 ਦੇ ਵਿੱਚ ਉਹ ਆਪਣੇ ਪਤਨੀ ਦੇ ਨਾਲ ਸਿਰਫ 2 ਕਮਰਿਆਂ ਦੇ ਵਿੱਚ ਇਹ ਸਕੂਲ ਸ਼ੁਰੂ ਕਰਦੇ ਆ। ਤੁਸੀਂ ਹੈਰਾਨ ਹੋਵੋਗੇ, ਅੱਜ ਇਸ ਦੇ 38 ਕਮਰੇ ਆ। ਉਸ ਸਮੇਂ ਸਿਰਫ 2 ਕਮਰੇ ਸੀ 1892। ਹਾਂਜੀ, 2 ਕਮਰਿਆਂ ਦੇ ਇੱਕ ਬਿਲਡਿੰਗ ਦੇ ਵਿੱਚ ਸਕੂਲ ਸ਼ੁਰੂ ਕਰਦੇ ਆ ਤੇ ਸਿਰਫ 3 ਬੱਚੀਆਂ ਉਹਨਾਂ ਕੋਲ ਪੜ੍ਹਨ ਆਉਂਦੀਆਂ। ਉਹ ਘਰ ਘਰ ਜਾਂਦੇ ਆ ਬੱਚੀਆਂ। ਉਹ 3 ਬੱਚੀਆਂ ਦੇ ਮਾਂ-ਬਾਪ ਵੀ ਉਹ ਬੱਚੀਆਂ ਨੂੰ ਸਕੂਲੋਂ ਜ਼ਬਰਦਸਤੀ ਘਰ ਲੈ ਜਾਂਦੇ ਸੀ ਵੀ ਅਸੀਂ ਕੁੜੀਆਂ ਨੂੰ ਨਹੀਂ ਪੜ੍ਹਾਉਣਾ, ਹੁਣ ਸਾਡੀਆਂ ਕੁੜੀਆਂ ਇੱਥੇ ਪੜ੍ਹਿਆ ਕਰਨਗੀਆਂ। ਤਾਂ ਉਹ ਹੌਲੀ-ਹੌਲੀ ਪਰ ਇਹਨਾਂ ਨੂੰ ਜਨੂੰਨ ਸੀ ਪੜ੍ਹਾਈ ਕਰਾਉਣ ਦਾ ਕੁੜੀਆਂ ਦੀ। ਤਾਂ ਉਸ ਲਈ ਇਹ ਕੀ ਕਰਦੇ ਆ ਕਿ ਵਾਰ-ਵਾਰ ਕੁੜੀਆਂ ਨੂੰ, ਉਹਨਾਂ ਦੇ ਮਾਂ-ਬਾਪ ਨੂੰ ਸਮਝਾ ਕੇ ਵਾਪਸ ਇੱਥੇ ਲੈ ਕੇ ਆਉਂਦੇ ਆ। 3 ਤੋਂ 5, 5 ਤੋਂ 7, 10। ਪਰ ਇਹਨਾਂ ਨੂੰ ਲੱਗਦਾ ਕਿ ਮੈਨੂੰ ਤਾਂ ਇੱਥੇ ਇੱਕ ਬੋਰਡਿੰਗ ਹਾਊਸ ਚਾਹੀਦਾ, ਇੱਕ ਸੁਰੱਖਿਅਤ ਇਮਾਰਤ ਚਾਹੀਦੀ ਹੈ, ਮੈਂ ਕੁੜੀਆਂ ਪੜ੍ਹਾਉਣੀਆਂ, ਇੱਕ ਐਸੀ ਇਮਾਰਤ ਹੋਵੇ ਜਿਹੜੀ ਕਿਲੇ ਵਰਗੀ ਹੋਵੇ। ਤਾਂ ਇਸ ਧਾਰਨਾ ਨੂੰ ਲੈ ਕੇ ਉਹ ਬੋਰਡਿੰਗ ਹਾਊਸ ਤੇ ਇੱਕ ਸੋਹਣੀ ਇਮਾਰਤ ਬਣਾਉਣ ਵਾਸਤੇ ਉਹ ਇੱਕ ਬਹੁਤ ਵੱਡਾ ਕਦਮ ਚੁੱਕਦੇ ਆ, ਜਿਹੜਾ ਸ਼ਾਇਦ ਉਹਨਾਂ ਸਮਿਆਂ ਵਿੱਚ ਛੱਡ ਕੇ ਅੱਜ ਵੀ ਅਸੀਂ ਨਹੀਂ ਸੋਚ ਸਕਦੇ। ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਉਹ ਸਿਰਫ ਇਸ ਸਕੂਲ ਲਈ ਕਮਾਈ ਕਰਨ ਲਈ ਮਲਾਇਆ, ਸਿੰਗਾਪੁਰ, ਚੀਨ, ਇਹੋ ਜਿਹੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਆ। ਆਪਣਾ ਵਪਾਰ, ਆਪਣੇ ਛੋਟੇ-ਛੋਟੇ ਬੱਚੇ, ਪਤਨੀ ਨੂੰ ਇੱਥੇ ਛੱਡ ਕੇ ਪਤਨੀ ਨੂੰ ਪਿੱਛੋਂ ਇਹ ਜ਼ਿੰਮੇਵਾਰੀ ਲਾ ਕੇ ਜਾਂਦੇ ਕਿ ਇਹ 2 ਕਮਰਿਆਂ ਦਾ ਸਕੂਲ ਚੱਲਦਾ ਰਹਿਣਾ ਚਾਹੀਦਾ।
ਤੇ ਉਹਨਾਂ ਨੂੰ ਬਜਟ ਤੋਂ ਪਤਾ ਸੀ ਕਿ ਉਹਨਾਂ ਸਮਿਆਂ ਵਿੱਚ 50,000 ਰੁਪਏ ਚਾਹੀਦੇ ਆ ਇਸ ਸਕੂਲ ਦੀ ਬਿਲਡਿੰਗ ਬਣਾਉਣ ਲਈ। ਤਾਂ ਉਹ ਉਸ ਸਮੇਂ ਫਿਰ ਉੱਥੋਂ ਪੈਸਾ ਇਕੱਠਾ ਕਰਦੇ ਆ। ਉਹਨਾਂ ਦੇ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ, ਹਰ ਥਾਂ ਤੇ ਬੈਠੇ ਹੋਏ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਕਿ ਮੈਂ ਤੁਹਾਡੇ ਕੋਲ ਇੱਕ ਭਿਖਾਰੀ ਵਾਂਗ ਆਵਾਂਗਾ, ਮੰਗਾਂਗਾ ਨਹੀਂ, ਦੇਣਾ ਤੁਸੀਂ ਆਪ ਹੈ, ਤੁਸੀਂ ਦੇਣਾ ਹੈ ਜੋ ਦਿਓਗੇ, ਮੈਂ ਮੰਗਾਂਗਾ ਨਹੀਂ ਪਰ ਭਿਖਾਰੀ ਵਾਂਗ ਆਵਾਂਗਾ। ਤਾਂ ਸਿੱਖ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਉਸ ਸਮੇਂ ਬਾਹਰ ਬੈਠੀਆਂ ਸੰਗਤਾਂ ਨੇ ਦਾਨ ਦਿੱਤਾ। ਉਹ ਖੁਦ ਆਪਣੀ ਕਮਾਈ ਵਿੱਚੋਂ ਅੰਸ਼ਦਾਨ ਜੋੜਦੇ ਰਹੇ। ਆਖਰ ਉਹ 50,000 ਰੁਪਈਆ ਲੈ ਕੇ, ਤੁਸੀਂ ਸੋਚੋ ਵਿਜੇ ਜੀ ਕਿ ਉਹਨਾਂ ਸਮਿਆਂ ਵਿੱਚ 1892 ਤੋਂ 1906 ਦੇ ਦੌਰਾਨ 50,000 ਦੀ ਰਕਮ ਕਿੰਨੀ ਵੱਡੀ ਹੋਏਗੀ। ਅੱਜ ਜੇ ਬਣਾਉਣਾ ਹੋਵੇ ਤਾਂ ਕਿੰਨੇ ਦੀ ਰਕਮ ਬਣਦੀ ਹੈ? ਤੁਸੀਂ ਖੁਦ ਹੀ ਦੇਖ ਸਕਦੇ ਹੋ ਵੀ ਅੱਜ ਸਾਨੂੰ ਕਿੰਨੀ ਰਕਮ ਚਾਹੀਦੀ ਹੋਏਗੀ। 5 ਕਰੋੜ ਰੁਪਈਆ ਸ਼ਾਇਦ ਚਾਹੀਦਾ ਹੋਵੇ, ਫਿਰ ਵੀ ਇਸ ਵਰਗੀ ਲਾਸਾਨੀ ਬਿਲਡਿੰਗ ਨਹੀਂ ਬਣ ਸਕਦੀ। 5 ਕਰੋੜ ਚ ਵੀ ਨਹੀਂ ਬਣ ਸਕਦੀ। ਤਾਂ ਉਹ 50,000 ਰੁਪਏ ਦੇ ਬਜਟ ਦੇ ਨਾਲ ਇਹ ਬਿਲਡਿੰਗ ਸ਼ੁਰੂ ਕਰਦੇ ਆ। ਲੈ ਕੇ ਆਏ, ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਸ ਜਨੂਨ ਨੂੰ ਲੈ ਕੇ ਗਏ ਸੀ ਉਹ ਲੈ ਕੇ ਆਏ 50,000 ਇਕੱਠਾ ਕਰਕੇ। ਭਾਵੇਂ ਉਹਨਾਂ ਨੇ ਮੰਗਿਆ, ਭਾਵੇਂ ਉਹਨਾਂ ਨੇ ਝਾੜੂ ਫੇਰੇ, ਭਾਵੇਂ ਉਹਨਾਂ ਨੇ ਦਾਨ ਇਕੱਠਾ ਕੀਤਾ ਤੇ ਭਾਵੇਂ ਉਹਨਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਉਹ ਪੈਸਾ ਇਕੱਠਾ ਕੀਤਾ। ਇੱਕ ਗੱਲ ਮੈਂ ਤੁਹਾਨੂੰ ਇੱਕ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਭਾਈ ਤਖਤ ਸਿੰਘ ਹੋਰੀ ਸੀਗੇ ਉਹ ਕੋਈ ਬਹੁਤ ਵੱਡੇ ਖਾਨਦਾਨੀ ਰਹੀਸ ਪਰਿਵਾਰ ਤੋਂ ਨਹੀਂ ਸੀਗੇ। ਬਹੁਤ ਹੀ ਮਾਮੂਲੀ ਨੌਕਰੀ ਕਰਦੇ ਸੀ ਉਹਨਾਂ ਦੇ ਪਿਤਾ ਜੀ, ਇਸ ਲਈ ਉਹਨਾਂ ਕੋਲ ਇਹ ਨਹੀਂ ਸੀ ਕਿ ਉਹਨਾਂ ਕੋਲ ਆਪਣਾ ਪੈਸਾ ਸੀ। ਤੁਸੀਂ ਇੱਥੇ ਦੇਖੋ, ਇਸ ਵੇਲੇ ਸਿਰਫ ਇਹ ਬਿਲਡਿੰਗ ਹੀ ਨਾ ਦੇਖੋ, ਨਾਲ ਇਹਦੇ ਇਹ ਪੂਰੀ ਬਿਲਡਿੰਗ ਵਾਸਤੇ ਖਰੀਦੀ ਗਈ 7 ਕਿੱਲੇ ਪੈਲੀ ਵੀ ਦੇਖੋ, ਜਿੰਦੇ ਵਿੱਚੋਂ 4 ਕਿੱਲੇ ਪੈਲੀ ਅੱਜ ਵੀ ਵਗ ਰਹੀ ਹੈ। ਉਹਨਾਂ ਦਾ ਦੂਰਦਰਸ਼ੀ ਮਤਲਬ ਇਹ ਨਜ਼ਰੀਆ ਸੀਗਾ ਕਿ ਉਹਨਾਂ ਨੇ ਇਕੱਲਾ ਸਕੂਲ ਨਹੀਂ ਬਣਾਇਆ, ਇਹਦੇ ਵਾਸਤੇ ਇੱਕ ਪਰਮਾਨੈਂਟ ਆਮਦਨ ਵੀ ਰੱਖੀ ਕਿ ਇਹ ਸਕੂਲ ਸਦਾ ਚੱਲਦਾ ਰਹੇ। ਉਸੇ ਪੈਲੀ ਦੀ ਆਮਦਨ ਨਾਲ ਅੱਜ ਵੀ ਇਹ ਸਕੂਲ ਦੇ ਵਿਕਾਸ ਕਾਰਜ ਜਿਹੜੇ ਉਹ ਚੱਲ ਰਹੇ। ਹੁਣ ਅਹਿਮ ਸਵਾਲ ਇਹ ਹੁੰਦਾ ਕਿ ਸਕੂਲ ਬਣਾ ਦਿੱਤਾ ਗਿਆ, ਭਾਈ ਤਖਤ ਸਿੰਘ ਵੱਲੋਂ ਸਕੂਲ ਬਣਾ ਦਿੱਤਾ ਗਿਆ, ਸਿੱਖੀ ਪਹਿਰਾਵੇ ਵਿੱਚ ਸਨ। ਮੈਂ ਹੁਣ ਗੁਰਦੁਆਰਾ ਵੀ ਬਣਿਆ ਹੋਇਆ ਉਸ ਪਾਸੇ, ਉਦੋਂ ਦਾ ਹੀ ਬਣਿਆ ਹੋਇਆ। ਜੀ। ਕਿੰਨੇ ਸਾਲ ਹੋ ਗਏ ਟੋਟਲ ਹੁਣ ਤੱਕ ਇਹ ਸਕੂਲ ਬਣੇ ਨੂੰ? 1906 ਦੇ ਵਿੱਚ ਬਿਲਡਿੰਗ ਬਣ ਕੇ ਤਿਆਰ ਹੋ ਗਈ ਸੀ ਜੀ ਪੂਰੀ। ਇਹ ਕੰਪਲੀਟ ਬਿਲਡਿੰਗ ਖੜੀ ਹੋ ਗਈ ਸੀ ਇਸੇ ਤਰ੍ਹਾਂ 1906 ਵਿੱਚ। 118 ਸਾਲ ਹੋ ਗਏ। ਹਾਂਜੀ, 118 ਸਾਲ ਹੋ ਗਏ ਆ ਇਸ ਬਿਲਡਿੰਗ ਨੂੰ। ਤੇ ਮੈਨੂੰ ਬੜੇ ਦੁੱਖ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ 118 ਸਾਲਾਂ ਦੇ ਦੌਰਾਨ ਇਸ ਸਕੂਲ ਨੇ ਖਾਲਸਾ ਕਾਲਜ ਵਾਂਗ ਉਚਾਈਆਂ ਨਹੀਂ ਛੂਈਆਂ, ਸਗੋਂ ਇਹ ਪੰਜਾਬ ਸਰਕਾਰ ਜਾਂ ਸਾਡੇ ਇੱਥੋਂ ਦੀ ਕਮਿਊਨਿਟੀ ਦੀ ਜਿਹੜੀ ਨਜ਼ਰਅੰਦਾਜ਼ਗੀ ਹੈ ਉਹਦੇ ਨਾਲ ਇਹਦਾ ਇਹ ਹਸ਼ਰ ਹੋਇਆ ਕਿ ਇਹ ਸਗੋਂ ਹੇਠਾਂ ਵੱਲ ਜ਼ਰੂਰ ਗਿਆ ਹੈ ਸਕੂਲ। ਇਹ ਸਕੂਲ ਯੂਨੀਵਰਸਿਟੀ ਬਣ ਸਕਦਾ ਸੀ ਪਰ ਨਹੀਂ ਬਣ ਸਕਿਆ, ਕਾਲਜ ਵੀ ਨਹੀਂ ਬਣ ਸਕਿਆ। 1890 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਬਣਦਾ ਜੀ। 1890 ਦੇ ਵਿੱਚ, 92 ਦੇ ਵਿੱਚ ਇਹ ਬਣਨਾ ਸ਼ੁਰੂ ਹੋ ਜਾਂਦਾ, ਕੁੜੀਆਂ ਆਉਣ ਲੱਗ ਪੈਂਦੀਆਂ ਨੇ ਉਸ ਸਮੇਂ 92 ਦੇ ਵਿੱਚ। ਫਿਰ ਜੇ ਤੁਸੀਂ ਕਹਿੰਦੇ ਵੀ ਯੂਨੀਵਰਸਿਟੀ ਨਹੀਂ ਬਣਾਇਆ ਗਿਆ ਇਸ ਸਕੂਲ ਨੂੰ, ਕਾਰਨ ਕੀ ਹੋ ਸਕਦਾ? 118 ਸਾਲ ਪੁਰਾਣੀ ਬਿਲਡਿੰਗ, ਠੀਕ ਹੈ, ਅੱਜ ਸਕੂਲ ਗਵਰਨਮੈਂਟ ਚਲਾ ਰਹੀ ਹੈ, ਹੁਣ ਬੱਚੇ ਪੜ੍ਹਦੇ ਨੇ ਇੱਥੇ, ਪਰ ਉਹ ਕਿਉਂ ਨਹੀਂ ਬਣਿਆ 118 ਸਾਲ ਦੇ ਵਿੱਚ? ਮੈਨੂੰ ਲੱਗਦਾ ਕਿ ਸਾਡੇ ਮੁਆਸ਼ਰੇ ਦਾ ਸਿੱਖਿਆ ਪ੍ਰਤੀ ਇੱਕ ਲੰਮਾ ਵਿਜ਼ਨ ਸ਼ਾਇਦ ਅਸੀਂ ਗੁਆ ਬੈਠੇ ਹਾਂ। ਵਿੱਦਿਆ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ ਕਿਸੇ ਵੇਲੇ ਸਾਡਾ ਸਮਾਜ, ਮੈਂ ਜਿਵੇਂ ਭਾਈ ਤਖਤ ਸਿੰਘ ਹੋਣਾ ਦੀ ਅਸੀਂ ਗੱਲ ਕਰਦੇ ਹਾਂ 1892 'ਚ, ਤਾਂ ਉਹ ਕਿੰਨੇ ਕਲੀਅਰ ਕੱਟ ਸੀਗੇ ਕਿ ਉਹਨਾਂ ਨੇ ਇੰਨਾ ਸੋਹਣਾ ਸਕੂਲ ਬਣਾਇਆ, ਇਸ ਸਕੂਲ ਦੀ ਬਿਲਡਿੰਗ ਵਾਸਤੇ ਆਪਦੀ ਜ਼ਿੰਦਗੀ ਲਾਤੀ। ਜਿਵੇਂ ਤੁਸੀਂ ਸ਼ੁਰੂਆਤ 'ਚ ਉਹਨਾਂ ਦੀ ਇੰਟਰੋਡਕਸ਼ਨ 'ਚ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਜ਼ਿੰਦਾ ਸ਼ਹੀਦ ਆਖਿਆ ਜਾਂਦਾ ਹੈ, ਉਹ ਜ਼ਿੰਦਾ ਸ਼ਹੀਦ ਸੀਗੇ। ਪਰ ਅਸੀਂ ਉਸ ਤੋਂ ਬਾਅਦ ਉਸ ਸਕੂਲ, ਉਸ ਵਿੱਦਿਆ ਨੂੰ ਉਸ ਕਦਰ ਨਾਲ ਨਹੀਂ ਲੈ ਸਕੇ, ਅੱਜ ਤੱਕ ਵੀ ਨਹੀਂ ਲੈ ਸਕੇ। ਸਰਕਾਰ ਨੇ 1957 ਵਿੱਚ ਇਹੋ ਜਿਹੇ ਕਈ ਸਕੂਲ ਜਿਹੜੇ ਸੀ ਉਹਨਾਂ ਨੂੰ ਸਰਕਾਰੀ ਏਡਡ ਸਕੂਲ ਜਿਹੜਾ ਆ ਬਣਾ ਦਿੱਤਾ, ਮਾਨਤਾ ਦਿੱਤੀ। ਪਰ ਫਿਰ ਵੀ ਇਹ ਸਕੂਲਾਂ ਨੂੰ ਤੁਸੀਂ ਇਹ ਵੇਖੋ, 2001 ਤੋਂ ਲੈ ਕੇ ਹੁਣ ਤੱਕ ਇਹਨਾਂ ਸਕੂਲਾਂ 'ਚ ਭਰਤੀਆਂ ਹੀ ਨਹੀਂ ਹੋ ਰਹੀਆਂ। 2001 ਵਿੱਚ ਉਸ ਸਮੇਂ ਦੀ ਸਰਕਾਰ ਨੇ ਇਹਨਾਂ ਦੇ ਉੱਤੇ ਬੈਨ ਲਾਇਆ ਸੀ ਭਰਤੀਆਂ ਦੇ ਉੱਤੇ। ਉਦੋਂ ਤੋਂ ਲੈ ਕੇ ਹੁਣ ਤੱਕ ਟੀਚਰਾਂ ਦੀਆਂ ਭਰਤੀਆਂ ਤੇ ਟੀਚਰ ਜਿਹੜੇ ਆ ਉਸ ਤੋਂ ਬਾਅਦ ਇਹਦੇ 'ਚ ਭਰਤੀ ਹੋਣੇ ਫਰੀਜ਼ ਹੋ ਗਏ ਆ। ਤੇ ਇਸੇ ਕਾਰਨ ਇਸ ਵੇਲੇ ਵੀ ਇਸ ਸਕੂਲ ਵਿੱਚ ਤੁਸੀਂ ਮਤਲਬ ਹੈਰਾਨ ਹੋਵੋਗੇ ਕਿ ਸਿਰਫ 2 ਹੀ ਰੈਗੂਲਰ ਅਧਿਆਪਕ ਕੰਮ ਕਰ ਰਹੇ ਆ। 38 ਕਮਰਿਆਂ ਦਾ ਸਕੂਲ ਹੈ, 500 ਤੋਂ ਲਗਭਗ ਬੱਚੇ ਪੜ੍ਹਦੇ ਆ ਇੱਥੇ ਅੱਜ ਵੀ। ਤੇ ਪਰ ਇਸ ਸਕੂਲ ਦੇ ਵਿੱਚ ਸਿਰਫ 2 ਰੈਗੂਲਰ ਅਧਿਆਪਕ ਹੈ, ਬਾਕੀ ਸਾਰੇ ਅਧਿਆਪਕ ਜਿਹੜੇ ਉਹ ਕੱਚੇ ਆ, ਜਿਨ੍ਹਾਂ ਨੂੰ ਸਕੂਲ ਦੀ
ਕਮਾਈ ਦੇ ਨਾਲ ਜਿਹੜੀ ਨਾਲ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਤਨਖਾਹ ਦਿੱਤੀ ਜਾਂਦੀ ਹੈ ਤੇ ਬੜੀ ਉਹ ਮਿਨੀਮਲ ਤਨਖਾਹ ਹੀ ਦੇ ਸਕਦੇ ਆ ਕਿਉਂਕਿ ਬੱਚਿਆਂ ਤੋਂ ਬਹੁਤ ਹੀ ਜ਼ਿਆਦਾ ਫੀਸ ਨਹੀਂ ਇੱਥੇ ਲਈ ਜਾਂਦੀ ਹੈ ਸਰਕਾਰੀ ਫੀਸਾਂ ਵਾਲਾ ਹੀ ਮਤਲਬ ਹਿਸਾਬ ਹੈ ਇੱਥੇ। ਹੁਣ ਅਹਿਮ ਸਵਾਲ ਇਹ ਹੁੰਦਾ ਕਿ 1892 ਵਿੱਚ ਸ਼ੁਰੂ ਹੁੰਦਾ ਸਕੂਲ ਜੀ ਕਿ ਇਸ ਸਕੂਲ ਦੇ ਵਿੱਚ ਸਿੱਖ ਹਿੰਦੂ ਮੁਸਲਿਮ ਕੁੜੀਆਂ ਸਾਰੀਆਂ ਹੀ ਕੁੜੀਆਂ ਆ ਕੇ ਪੜ੍ਹਦੀਆਂ ਸਨ। ਬਿਲਕੁਲ ਜੀ ਬਿਲਕੁਲ। ਇਸ ਸਕੂਲ ਦੀ ਖਾਸੀਅਤ ਹੈ ਕਿ ਇੱਥੇ ਕਈ ਜਿਵੇਂ ਫਰੀਦਕੋਟ ਦੇ ਰਾਜੇ ਜਾਂ ਹੋਰ ਰਾਜਿਆਂ ਦੀਆਂ ਜਿਹੜੀਆਂ ਰਾਜਕੁਮਾਰੀਆਂ ਉਹ ਵੀ ਪੜ੍ਹਨ ਆਉਂਦੀਆਂ ਰਹੀਆਂ ਇਸ ਸਕੂਲ ਦੇ ਵਿੱਚ। ਹਾਂਜੀ ਬਿਲਕੁਲ। ਉਹ ਉਹਨਾਂ ਸਮਿਆਂ ਦੇ ਦੌਰਾਨ ਮੈਂ ਤੁਹਾਨੂੰ ਜਿਵੇਂ ਦੱਸਿਆ ਇੱਥੇ ਬੋਰਡਿੰਗ ਹਾਊਸ ਸੀਗਾ ਤੇ 500 ਕੁੜੀਆਂ ਦੀ ਸਟਰੈਂਥ ਸੀ ਤੇ ਮੋਗਾ ਅੰਮ੍ਰਿਤਸਰ ਤੇ ਇਧਰੋਂ ਆਪਣਾ ਲਾਹੌਰ ਤੱਕ ਜਿਹੜੀਆਂ ਸਿੱਖਾਂ ਦੀਆਂ ਹਿੰਦੂਆਂ ਦੀਆਂ ਤੇ ਹੋਰ ਕੁੜੀਆਂ ਜਿਹੜੀਆਂ ਇੱਥੇ ਪੜ੍ਹਨ ਆਇਆ ਕਰਦੀਆਂ ਸੀ। 1947 ਤੱਕ ਇਹ ਇਸ ਸ਼ਹਿਰ ਦਾ ਨਹੀਂ ਇਸ ਇਲਾਕੇ ਦਾ ਸਭ ਤੋਂ ਵੱਡਾ ਸਕੂਲ ਸੀਗਾ ਇਹ ਵਾਲਾ। ਹਾਂਜੀ ਬਿਲਕੁਲ। ਹੁਣ ਸਵਾਲ ਇਹ ਹੁੰਦਾ ਕਿ ਜਿਵੇਂ ਤੁਸੀਂ ਕਹਿੰਦੇ ਭਾਈ ਤਖਤ ਸਾਹਿਬ ਬਾਹਰ ਜਾਂਦੇ ਨੇ, ਬਾਹਰ ਜਾ ਕੇ ਇਸ ਸਕੂਲ ਨੂੰ ਹੋਰ ਵਧੀਆ ਬਣਾਉਣ ਵਾਸਤੇ ਬਿਲਡਿੰਗਾਂ ਬਣਾਉਣ ਵਾਸਤੇ ਬਾਹਰ ਕੰਮ ਕਰਦੇ ਨੇ ਜਾ ਕੇ, ਕੋਈ ਆਈਡੀਆ ਹੈ ਕਿੰਨੇ ਸਾਲ ਬਾਹਰ ਰਹੇ ਫਿਰ ਜਦੋਂ ਇੱਥੇ ਵਾਪਸ ਆਉਂਦੇ ਨੇ ਕਿ ਸਕੂਲ ਜਿਹੜਾ ਹੈਗਾ ਉਸ ਤੋਂ ਬਾਅਦ ਜੋ ਬਿਲਡਿੰਗ ਬਣਾਉਂਦੇ ਨੇ ਕੋਈ ਸਰਕਾਰ ਮਦਦ ਕਰਦੀ ਹੈ ਕਿਉਂਕਿ ਉਸ ਸਮੇਂ ਬ੍ਰਿਟਿਸ਼ ਰਾਜ ਹੁੰਦਾ ਸੀ? ਨਹੀਂ ਜੀ ਉਸ ਸਮੇਂ ਇਹਦੇ ਵਿੱਚ ਸਰਕਾਰ ਨੇ ਕੋਈ ਮਦਦ ਨਹੀਂ ਸੀ ਕੀਤੀ ਬਿਲਕੁਲ। ਇੱਕ ਰੁਪਏ ਦੀ ਨਹੀਂ ਸੀ। ਇਹ ਉਹਨਾਂ ਦਾ ਆਪਣਾ ਨਿੱਜੀ ਉਦਮ ਸੀਗਾ 50,000 ਰੁਪਇਆ ਇਕੱਠਾ ਕਰਨਾ। ਉਹਦੇ ਲਈ ਸ਼ਾਇਦ ਉਹਨਾਂ ਨੂੰ 8 ਤੋਂ 10 ਸਾਲ ਜਿਹੜਾ ਹੈ ਬਾਹਰ ਆਪਣੀ ਜ਼ਿੰਦਗੀ ਦੇ ਲਾਉਣੇ ਪਏ। ਇਸ ਦੌਰਾਨ ਸਭ ਤੋਂ ਜਿਹੜੀ ਮਤਲਬ ਇੱਕ ਮਾਰਮਿਕ ਘਟਨਾ ਵਾਪਰਦੀ, ਇੱਕ ਤਰਾਸਦੀ ਵਾਪਰਦੀ, ਉਹਨਾਂ ਦੀ ਪਤਨੀ ਦਾ ਦੇਹਾਂਤ ਵੀ ਹੋ ਜਾਂਦਾ ਹੈ। ਬਹੁਤ ਛੋਟੇ ਬੱਚੇ ਪਰ ਉਹ ਫਿਰ ਵੀ ਆਪਣੀ ਇਸ ਜਨੂਨ ਨੂੰ ਛੱਡਦੇ ਨਹੀਂ ਆ, ਉਹ ਲੱਗੇ ਰਹਿੰਦੇ ਆ ਤੇ ਇਸ ਸਕੂਲ ਨੂੰ ਪੂਰਾ ਕਰਦੇ ਆ। ਅੱਜ ਉਹਨਾਂ ਦਾ ਬੜਾ ਭਰਿਆ ਪੂਰਿਆ ਪਰਿਵਾਰ ਹੈ ਜਿਹੜਾ ਉਹ ਕਪੂਰਥਲੇ ਤੇ ਚੰਡੀਗੜ੍ਹ ਵੱਖਰੇ ਵਰਗੇ ਸਥਾਨਾਂ ਦੇ ਉੱਤੇ ਰਹਿ ਰਿਹਾ। ਉਹਨਾਂ ਦੀ ਇੱਕ ਪੜਪੋਤਰੀ ਜਿਹੜੀ ਹੈ ਉਹ ਇੱਥੇ ਦਸੰਬਰ ਦੇ ਦੌਰਾਨ ਉਹਨਾਂ ਦੀ ਜਦੋਂ ਉਹਨਾਂ ਦਾ ਸਮਾਗਮ ਇੱਥੇ ਹਰ ਸਾਲ ਮਨਾਇਆ ਜਾਂਦਾ, ਸਾਲਾਨਾ ਸਮਾਗਮ ਅਖੰਡ ਪਾਠ ਕਰਾਏ ਜਾਂਦੇ ਆ ਇੱਥੇ ਸਕੂਲ ਦੇ ਵਿੱਚ ਤੇ ਉਦੋਂ ਉਹਨਾਂ ਦਾ ਪਰਿਵਾਰ ਦੇ ਮੈਂਬਰਾਂ ਇੱਥੇ ਆਉਂਦੇ ਆ ਸਾਰੇ ਤੇ ਇੱਥੇ ਰਲ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਭਾਈ ਤਖਤ ਸਿੰਘ ਹੋਣਾ ਨੂੰ। ਤੁਸੀਂ ਕਿਹਾ ਵੀ 3 ਕੁੜੀਆਂ ਨੇ ਸ਼ੁਰੂਆਤ ਕੀਤੀ ਸੀ ਕਿ ਭਾਈ ਤਖਤ ਸਿੰਘ ਘਰ ਘਰ ਜਾ ਕੇ ਕਿਵੇਂ ਪ੍ਰੇਰਨਾ ਦਿੰਦੇ ਸੀ ਵੀ ਨਹੀਂ ਸਕੂਲ ਭੇਜੋ ਕੁੜੀਆਂ ਵਾਸਤੇ, ਸਿੱਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਸਿੱਖਿਆ ਤੋਂ ਬਿਨਾਂ ਬੰਦਾ ਗੱਲਬਾਤ ਨਹੀਂ ਕਰ ਸਕਦਾ, ਸਿੱਖਿਆ ਤੋਂ ਬਿਨਾਂ ਬੰਦੇ ਨੂੰ ਗਿਆਨ ਨਹੀਂ ਹੁੰਦਾ। ਕਿਸ ਸਿੱਖ ਨਾਲ ਲੋਕ ਘਰੋਂ ਲੈ ਕੇ ਆਉਂਦੇ ਸੀ? ਮੈਂ ਤੁਹਾਨੂੰ ਦੱਸ ਚੁੱਕਾ ਕਿ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦੇ ਨਾਲ ਉਹਨਾਂ ਦਾ ਕਾਫੀ ਨੇੜਤਾ ਸੀ, ਭਾਈ ਦਿੱਤ ਸਿੰਘ ਹੋਣਾ ਨਾਲ ਨੇੜਤਾ ਸੀ। ਉਹਨਾਂ ਤੋਂ ਹੀ ਉਹਨਾਂ ਨੂੰ ਇਹ ਚੇਟਕ ਲੱਗੀ ਸੀਗੀ ਕਿ ਪਹਿਲੀ ਗੱਲ ਪੜ੍ਹਾਈ ਬਹੁਤ ਜ਼ਰੂਰੀ ਹੈ ਸਾਡੇ ਭਾਰਤੀਆਂ ਵਾਸਤੇ, ਪੰਜਾਬੀਆਂ ਵਾਸਤੇ, ਤੇ ਉਸ ਤੋਂ ਵੀ ਵਧੇਰੇ ਇੱਕ ਔਰਤ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹ ਪਰਿਵਾਰ ਵਾਸਤੇ, ਪੂਰਾ ਪਰਿਵਾਰ ਨੂੰ ਇੱਕ ਸਭ ਤੋਂ ਵੱਡਾ ਸਪੋਰਟ ਸਿਸਟਮ ਹੀ ਅਸਲ ਦੇ ਵਿੱਚ ਔਰਤ ਹੁੰਦੀ ਹੈ। ਤਾਂ ਇਸ ਕਰਕੇ ਉਹਨਾਂ ਨੇ ਘਰ ਘਰ ਜਾ ਕੇ ਮਿੰਨਤਾਂ ਕਰਦੇ ਸਨ। ਬੱਚੇ ਮਿੰਨਤਾਂ ਕਰਨਾ ਇੱਕ ਅਲੱਗ ਗੱਲ ਹੈ, ਉਹਨਾਂ ਕੋਲ ਦਲੀਲਾਂ ਸਨ, ਧਾਰਮਿਕ ਦਲੀਲਾਂ ਵੀ ਸਨ ਕਿਉਂਕਿ ਉਹਨਾਂ ਦੀ ਸ਼ਖਸੀਅਤ ਬਹੁਤ ਵੱਡੀ ਧਾਰਮਿਕ ਸ਼ਖਸੀਅਤ ਸੀਗੀ। ਉਹਨਾਂ ਕੋਲ ਸਿੱਖ ਧਰਮ ਦਾ ਮਤਲਬ ਉਹਨਾਂ ਬਾਰੇ ਇਹ ਕਿਹਾ ਜਾਂਦਾ ਕਿ 14 ਸਾਲ ਦੀ ਉਮਰ ਵਿੱਚ ਉਹ ਪੂਰਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਕੰਠਸਥ ਸੀਗਾ, ਉਹ ਪੂਰਾ ਪਾਠ ਬੜਾ ਖੂਬਸੂਰਤ ਪਾਠ ਕਰ ਲੈਂਦੇ ਸਨ 14 ਸਾਲ ਦੀ ਉਮਰ ਦੇ ਵਿੱਚ ਹੀ। ਉਹ ਤਾਂ ਉਹਨਾਂ ਦੇ ਕੋਲ ਇੱਕ ਕਨਵਿੰਸਿੰਗ ਸੀਗੀ ਕਿ ਉਹ ਮਾਂ-ਬਾਪ ਦੇ ਨਾਲ ਗੱਲ ਕਰ ਸਕਦੇ ਸਨ ਤੇ ਉਹਨਾਂ ਨੇ ਘਰ ਘਰ ਜਾ ਕੇ ਗੱਲ ਕੀਤੀ, ਬੱਚਿਆਂ ਨੂੰ ਆਪ ਲੈ ਕੇ ਆਉਂਦੇ, ਇੱਥੇ ਰਹਿਣਾ ਸਹਿਣਾ ਸਿਖਾਉਂਦੇ। ਤੇ ਮੈਂ ਉਹਨਾਂ ਦੇ ਬਾਰੇ ਕੁਝ ਕਿਤਾਬਾਂ ਜਿਹੜੀਆਂ ਛਪੀਆਂ ਮੇਰੇ ਹੱਥ ਵਿੱਚ ਵੀ ਇਸ ਵੇਲੇ ਇੱਕ ਕਿਤਾਬ ਹੈ, ਇਹਦੇ ਵਿੱਚ ਇੱਕ ਕੁੜੀ ਵੱਲੋਂ ਉਹਨਾਂ ਨੂੰ ਲਿਖਿਆ ਗਿਆ ਖੱਤ ਹੈ 1918 24 ਜਨਵਰੀ ਨੂੰ। ਇਹ ਖੱਤ ਉਹਨੇ ਉਸ ਬੇਟੀ ਨੇ ਲਿਖਿਆ ਜਿਹਦਾ ਨਾਮ ਗੋਬਿੰਦ ਕੌਰ ਸੀਗੀ। ਉਹਨੇ ਦੇਖੋ ਕਿੰਨੇ ਖੂਬਸੂਰਤ ਸ਼ਬਦਾਂ ਨਾਲ ਉਹਨਾਂ ਨੂੰ ਸੰਬੋਧਿਤ ਹੁੰਦੀ ਹੈ। ਉਹ ਕਹਿੰਦੀ ਡਾਢੇ ਪਿਆਰੇ ਮੇਰੇ ਪਾਪਾ ਜੀਓ। ਹੁਣ ਇੱਥੋਂ ਉਹ ਸ਼ੁਰੂਆਤ ਕਰਦੀ ਹੈ। ਇਹਦਾ ਮਤਲਬ ਕਿ ਉਹ ਕੁੜੀਆਂ ਵਾਸਤੇ ਪਿਤਾ ਵਾਂਗ ਇੱਥੇ ਵਿਚਰਦੇ ਸਨ, ਇਸ ਸਕੂਲ ਨੂੰ ਆਪ ਪੜ੍ਹਾਉਂਦੇ ਰਹੇ, ਪਿਤਾ ਵਾਂਗ ਵਿਚਰਨਾ, ਮਾਂ-ਬਾਪ ਉਹਨਾਂ ਦੇ ਵਿਵਹਾਰ ਤੋਂ ਹੀ ਮੁਤਾਸਿਰ ਹੋ ਕੇ ਬੱਚਿਆਂ ਨੂੰ ਭੇਜਦੇ ਰਹੇ। ਤੇ ਤਾਂ ਹੀ ਤੁਸੀਂ ਦੇਖੋ ਕਿ 3 ਕੁੜੀਆਂ ਨਾਲ ਸ਼ੁਰੂ ਹੋਇਆ। ਉਸ ਸਮੇਂ ਜਦੋਂ ਕੁੜੀਆਂ ਦੀ ਸਿੱਖਿਆ ਬਾਰੇ ਅਸੀਂ ਸੋਚਦੇ ਵੀ ਨਹੀਂ ਸੀਗੇ, 3 ਕੁੜੀਆਂ ਦੇ ਨਾਲ ਸ਼ੁਰੂ ਹੋਇਆ ਇਹ ਸਕੂਲ। ਇੱਥੇ 500 ਕੁੜੀਆਂ ਹੋਸਟਲ 'ਚ ਰਿਹਾ ਕਰਦੀਆਂ ਸਨ। ਤਾਂ ਇਹ ਵੱਡੀ ਗੱਲ ਸੀਗੀ ਉਹਨਾਂ ਦੀ ਪ੍ਰਾਪਤੀ ਸੀ। ਆਪਾਂ ਹੋਸਟਲ ਵੀ ਦੇਖਾਂਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਦਿਖਾ ਦੇਣ। ਇਹ ਗੁਰਦੁਆਰਾ ਜੋ ਸੀ ਉਸ ਸਮੇਂ ਤੋਂ 118 ਸਾਲਾਂ ਤੋਂ ਲਗਾਤਾਰ ਇਸੇ ਤਰੀਕੇ ਨਾਲ ਮੌਜੂਦ ਹੈ। ਪਰਦਾ ਇਹ ਗੁਰਦੁਆਰਾ ਜੋ ਹੈ
1892 ਤੋਂ ਹੀ ਇਹ ਗੁਰਦੁਆਰਾ ਇੱਥੇ ਮੌਜੂਦ ਹੈ, ਇਸੇ ਤਰੀਕੇ ਨਾਲ ਪਾਠ ਇੱਥੇ ਹੁੰਦੇ ਨੇ? ਹਾਂ, ਨਹੀਂ, ਇਹ ਗੁਰਦੁਆਰਾ ਉਹਨਾਂ ਨੇ ਬਾਅਦ ਚੋਂ ਸਥਾਪਿਤ, ਜਦੋਂ ਬਿਲਡਿੰਗ 1906 ਦੀ ਕੰਪਲੀਟ ਹੁੰਦੀ ਹੈ ਉਦੋਂ ਸਥਾਪਿਤ ਕਰਵਾਇਆ ਸੀ। ਪਹਿਲਾਂ ਤਾਂ ਕਿਉਂਕਿ ਉਹਨਾਂ ਕੋਲ ਇਹ ਇਮਾਰਤ ਹੀ ਨਹੀਂ ਸੀਗੀ ਕਿ ਉਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਸਕਣ ਜਾਂ ਗੁਰੂ ਗ੍ਰੰਥ ਸਾਹਿਬ ਦੀ ਦੇਹ ਲਿਆ ਸਕਣ ਇੱਥੇ। ਇਹ ਬਾਅਦ ਜਦੋਂ ਉਹਨਾਂ ਨੇ ਪੂਰਾ ਬਿਲਡਿੰਗ 1906 ਵਿੱਚ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਸਥਾਪਿਤ ਕਰਵਾਇਆ ਇੱਥੇ ਇਹ ਜਿਹੜਾ ਗੁਰਦੁਆਰਾ ਸਾਹਿਬ। ਹੁਣ ਆਪਾਂ ਹੋਸਟਲ ਵਾਲੇ ਪਾਸੇ ਚੱਲਾਂਗੇ। ਹੋਸਟਲ ਜੋ ਬਣਾਏ ਗਏ ਸੀ ਉਸ ਸਮੇਂ, ਹੋਸਟਲ ਦੀ ਗੱਲ ਕਰੀਏ, ਕੁੜੀਆਂ ਵਾਸਤੇ ਰਹਿਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਕਿੱਥੋਂ ਕਿੱਥੋਂ ਕੁੜੀਆਂ ਫਿਰ ਇੱਥੇ ਪੜ੍ਹਨ ਆਉਂਦੀਆਂ ਸਨ? ਕਿਉਂਕਿ ਉਸ ਸਮੇਂ ਤਾਂ ਰਿਆਸਤਾਂ ਸਨ, ਰਾਜੇ ਮਹਾਰਾਜਿਆਂ ਦਾ ਸਿੱਕਾ ਚੱਲਦਾ ਸੀ। ਕਿੰਨੀ ਕੁ ਦੂਰੋਂ ਕੁੜੀਆਂ ਇੱਥੇ ਪੜ੍ਹਨ ਆਉਂਦੀਆਂ ਸਨ, ਜਿਸ ਕਰਕੇ ਹੋਸਟਲ ਬਣਾਉਣੇ ਪਏ? ਹਾਂਜੀ, ਇੱਥੇ ਜ਼ਿਆਦਾਤਰ ਜਿਹੜੀਆਂ ਮੋਗਾ, ਕਿਉਂਕਿ ਮੋਗੇ ਕੋਈ ਕੁੜੀਆਂ ਦਾ ਸਕੂਲ ਨਹੀਂ ਸੀ ਤੇ ਮੋਗਾ ਫਿਰੋਜ਼ਪੁਰ ਦੀ ਤਹਿਸੀਲ ਹੋਇਆ ਕਰਦਾ ਸੀਗਾ। ਨਥਾਣਾ ਵੀ ਫਿਰੋਜ਼ਪੁਰ ਦੀ ਤਹਿਸੀਲ ਸੀਗੀ ਤੇ ਇਧਰੋਂ ਕਸੂਰ ਤੇ ਲਾਹੌਰ ਕਿਉਂਕਿ ਖੁਦ ਆਪ ਇੱਕ ਵੱਡਾ ਵਿੱਦਿਆ ਦਾ ਕੇਂਦਰ ਸੀਗਾ, ਇਸ ਕਰਕੇ ਉਧਰੋਂ ਜ਼ਿਆਦਾ ਨਹੀਂ ਸੀ ਮੁਹਾੜ। ਪਰ ਫਿਰ ਵੀ ਤੁਸੀਂ ਜੇਕਰ ਇਸ ਸਕੂਲ ਦੀ ਦਿਸ਼ਾ ਦੇਖੋਗੇ, ਇਹ ਸਕੂਲ ਇਸ ਵੇਲੇ ਪੁਰਾਣੀ ਲਾਹੌਰ ਕਸੂਰ ਰੋਡ ਦੇ ਉੱਤੇ ਹੈ। ਇਸ ਸਕੂਲ ਦਾ ਗੇਟ ਵੀ ਲਾਹੌਰ ਵੱਲ ਹੀ ਹੈ ਤੇ ਲਾਹੌਰ ਕਸੂਰ ਰੋਡ ਦੇ ਉੱਤੇ ਹੀ ਹੈ ਇਹ ਸਕੂਲ। ਇਹ ਲਾਹੌਰ ਕਸੂਰ ਰੋਡ ਕਿਹਾ ਜਾਂਦਾ ਸੀ? ਹਾਂਜੀ, ਇੱਧਰ ਜਿਹੜੀ ਆਪਾਂ ਰੋਡ ਬਾਹਰੋਂ ਆਏ ਆ ਉਹ ਲਾਹੌਰ ਕਸੂਰ ਨੂੰ ਹੀ ਜਾਂਦੀ ਸੀ ਉਹ ਰੋਡ। ਹੁਣ ਵੀ ਜਾਂਦੀ ਹੈ, ਮਤਲਬ ਹੁਣ ਉਹ ਬਾਰਡਰ ਵੱਲ ਜਾਂਦੀ ਹੈ ਉਹ ਰੋਡ, ਤੇ ਉਸੇ ਰੋਡ ਦੇ ਉੱਤੇ ਹੀ ਇਹ ਸਕੂਲ ਹੈ। ਸਮੇਂ ਦੇ ਨਾਲ ਸ਼ਾਇਦ ਭਾਈ ਤਖਤ ਸਿੰਘ ਹੋਣੀ ਨਹੀਂ ਸੀ ਜਾਣਦੇ ਕਿ ਪੰਜਾਬ ਦੇ ਸੀਨੇ ਦੇ ਉੱਤੇ 1947 'ਚ ਇੰਨੀ ਡੂੰਘੀ ਲੀਕ ਖਿੱਚ ਦਿੱਤੀ ਜਾਏਗੀ ਕਿ ਪੰਜਾਬ ਨੂੰ ਚੀਰ ਕੇ ਦੋ ਹਿੱਸਿਆਂ 'ਚ ਵੰਡ ਦਿੱਤਾ ਜਾਏਗਾ। ਤੇ ਉਹਨਾਂ ਨੇ ਇਸ ਸਕੂਲ ਨੂੰ ਲਾਹੌਰ ਵਾਲੇ ਆਉਂਦੀ ਮੁੱਖ ਜਰਨੈਲੀ ਸੜਕ ਵੱਲ ਰੱਖਿਆ ਸੀ। ਪਰ 1947 ਤੋਂ ਬਾਅਦ ਇਹੀ ਸਭ ਤੋਂ ਜ਼ਿਆਦਾ ਤਿਆਗੀ ਹੋਈ ਅਬੈਂਡਨਡ ਰੋਡ ਬਣ ਗਈ। ਇਸ ਵੱਲ ਜਾਣਾ ਇੱਕ ਮੁਸੀਬਤ, ਜਾਂ ਇਹ ਸਮਝ ਲਓ ਇੱਧਰ ਜਾਣ ਦੀ ਜ਼ਰੂਰਤ ਹੀ ਪੈਣੀ ਬੰਦ ਹੋ ਗਈ ਸੀ। ਕਹਿ ਸਕਦੇ ਹਾਂ ਕਿ ਲਾਹੌਰ ਤੇ ਕਸੂਰ ਦੀ ਸੜਕ ਸੀ ਉਹ ਵਾਲੀ, ਜੋ ਤੁਸੀਂ ਸਾਹਮਣੇ ਦੇਖ ਰਹੇ ਹੋ। ਕੁੜੀਆਂ ਉੱਥੋਂ ਪੜ੍ਹਨ ਆਉਂਦੀਆਂ ਸਨ। ਸੰਨ 1947 ਤੋਂ ਪਹਿਲਾਂ ਕੁੜੀਆਂ ਪੜ੍ਹਨ ਆਉਂਦੀਆਂ ਸਨ, ਪਰ ਅੱਜ ਤੁਹਾਨੂੰ ਕਸੂਰ ਤੇ ਲਾਹੌਰ ਦੀ ਰੋਡ ਤੇ ਕੋਈ ਜਾਂਦਾ ਨਹੀਂ ਦਿਖਾਈ ਦੇਗਾ, ਕਿਉਂਕਿ ਤਕਸੀਮ ਹੋ ਚੁੱਕਿਆ ਦੇਸ਼। ਹੋਸਟਲ ਉਹ ਵਾਲੇ ਸੀ ਸਾਹਮਣੇ। ਇਹ ਹੋਸਟਲ, ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਹੋਸਟਲ ਵੀ ਦਿਖਾ ਦੇਣਾ ਵਾਲੇ। ਤੇ ਹਾਂਜੀ, ਇਹ ਹੋਸਟਲ ਦੀਆਂ ਬਿਲਡਿੰਗਸ ਸੀਗੀਆਂ ਤੇ ਇਹ ਬਾਅਦ ਚੋਂ ਬਹੁਤ ਸਾਰੇ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ ਵੀ ਰਿਹਾ ਹੈ, ਸਰਕਾਰ ਕੋਲ ਕਿਰਾਏ ਤੇ ਰਿਹਾ ਹੈ, ਕਿਉਂਕਿ ਹੋਸਟਲ ਬੰਦ ਹੋ ਗਿਆ ਸੀਗਾ 47 ਤੋਂ ਬਾਅਦ। ਹੌਲੀ ਹੌਲੀ ਹੋਸਟਲ ਤੇ ਸਕੂਲ ਦੀ ਜਿਹੜੀ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਵੀ ਇਹ ਸਕੂਲ ਹੁਣ ਇਸ ਵੇਲੇ ਜੇਕਰ ਤੁਸੀਂ ਇਹਦੀ ਬਿਲਡਿੰਗ ਦੇਖੋਗੇ ਤੇ ਸ਼ਹਿਰ ਵੱਲ ਪਿੱਠ ਕਰਕੇ ਖੜਾ ਹੈ ਸਕੂਲ। ਇਹਦਾ ਗੇਟ ਇਸ ਪਾਸੇ ਹੈ, ਸ਼ਹਿਰ ਸਾਰਾ ਇਹਦੇ ਬੈਕ ਸਾਈਡ ਤੇ ਹੈ। ਉਹਦਾ ਕਾਰਨ ਹੀ ਇਹ ਹੈ ਕਿ ਕਿਸੇ ਵੇਲੇ ਮੁੱਖ ਜਰਨੈਲੀ ਸੜਕ ਤੇ ਸੀ, ਬਾਅਦ ਚੋਂ ਸਭ ਤੋਂ ਛੱਡੀ ਹੋਈ ਸੜਕ ਤੇ ਹੋ ਗਿਆ, ਤੇ ਇਹੀ ਸ਼ਾਇਦ ਇਸ ਦੇ ਡਿਕਲਾਈਨ ਹੋਣ ਵੱਲ ਵੀ ਕਾਰਨ ਹੈ। ਇਹਦੀ ਬਿਲਡਿੰਗ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਇਹ ਕੁਝ ਇਤਿਹਾਸਿਕ ਇਮਾਰਤਾਂ ਵਰਗੀ ਬਿਲਡਿੰਗ ਹੈ। ਕੁਝ ਫਿਲਮੀ ਅਦਾਕਾਰਾਂ ਦੀ ਖਿੱਚ ਦਾ ਕਾਰਨ ਕੇਂਦਰ ਵੀ ਰਹੀ ਹੈ। ਹੁੰਦੀਆਂ ਫਿਲਮਾਂ ਸ਼ੂਟ ਇੱਥੇ? ਹਾਂਜੀ, ਇੱਥੇ 2 ਫਿਲਮਾਂ ਸ਼ੂਟ ਹੋਈਆਂ ਆ ਹਜੇ ਤੱਕ। ਫਲਾਈਂਗ ਸਿੱਖ ਜਿਹੜੀ ਦਿਲਜੀਤ ਦੋਸਾਂਝ ਹੋਣਾ ਦੀ ਫਿਲਮ ਹੈ, ਉਹਦੀ ਸ਼ੂਟਿੰਗ ਇੱਥੇ ਹੋਈ ਸੀ। ਉਸ ਤੋਂ ਇਲਾਵਾ ਬਹੁਤ ਮਸ਼ਹੂਰ ਇੱਕ ਫਿਲਮ ਹੋਈ ਸੀਗੀ ਬੰਬੂ ਕਾਟ ਦੀ ਜ਼ਿਆਦਾਤਰ ਫਿਲਮ ਜਿਹੜੀ ਆ ਉਹ ਇਸ ਸਕੂਲ ਦੇ ਵਿੱਚ ਹੀ ਬਣੀ ਸੀ। ਜੇਲ੍ਹ ਦਾ ਗੇਟ ਤੇ ਜੇਲ੍ਹ ਜਿਹੜੀ ਹੈ ਉਹ ਇੱਥੋਂ ਹੀ ਲਈ ਗਈ ਸੀ ਇਸੇ ਸਕੂਲ ਨੂੰ। ਭਾਜੀ, ਇੱਕ ਚਿੱਠੀ ਦਾ ਵੀ ਜ਼ਿਕਰ ਆਉਂਦਾ, ਇੱਕ ਚਿੱਠੀ ਵੀ ਲਿਖੀ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਵੱਲੋਂ ਬੰਬਾ ਵੱਲੋਂ। ਚਿੱਠੀ 'ਚ ਕੀ ਜ਼ਿਕਰ ਹੁੰਦਾ? ਜੀ ਹਾਂ, ਬਿਲਕੁਲ। ਬੰਬਾ ਸੰਦਰਲੈਂਡ ਜਿਹੜੀ ਕਿ ਮਹਾਰਾਜਾ ਦਲੀਪ ਸਿੰਘ ਦੀ ਕੁੜੀ ਸੀਗੀ ਤੇ ਪੋਤਰੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ। ਉਹ ਖੁਦ ਵੀ ਤੁਸੀਂ ਜਾਣਦੇ ਹੋਵੋਗੇ ਕਿ ਉਹਨਾਂ ਦਾ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਨਾਂ ਆਉਂਦਾ ਕਿ ਉਹ ਇੰਗਲੈਂਡ ਦੇ ਵਿੱਚ ਕੁੜੀਆਂ ਦੇ ਲਈ ਵੋਟਿੰਗ ਵਾਸਤੇ, ਜਿਹੜੀ ਔਰਤਾਂ ਦੀ ਵੋਟਿੰਗ ਵਾਸਤੇ ਲੜਦੇ ਆ। ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇੱਥੇ ਉਹਨਾਂ ਨੇ ਇਸਤਰੀ ਸਿੱਖਿਆ ਵਾਸਤੇ ਇੰਨਾ ਵੱਡਾ ਕੰਮ ਕੀਤਾ ਭਾਈ ਤਖਤ ਸਿੰਘ ਹੋਣਾ ਨੇ, ਤਾਂ ਉਹ ਐਪਰੀਸੀਏਸ਼ਨ ਦੇ ਵਿੱਚ ਇੱਕ ਲੈਟਰ ਲਿਖਦੀ ਹੈ। ਅੰਗਰੇਜ਼ੀ ਦੇ ਵਿੱਚ ਇਹ ਲੈਟਰ ਹੈ ਜਿਹੜਾ ਉਹਨਾਂ ਦੀ ਹੀ ਹੱਥ ਲਿਖਤ ਦੇ ਵਿੱਚ ਲਿਖਿਆ ਹੋਇਆ ਹੈ। ਇਸ ਲੈਟਰ ਦੀ ਇਹ ਕਾਪੀ ਹੈ ਜਿਹੜੀ ਉਹਨਾਂ ਦੀ ਸੰਬੰਧਿਤ ਕਿਤਾਬ ਜੀਵਨੀ ਦੇ ਵਿੱਚ ਛਾਪੀ ਗਈ ਹੈ। ਇਹਦੇ ਵਿੱਚ ਉਹ ਐਪਰੀਸ਼ੀਏਟ ਕਰਦੇ ਆ ਭਾਈ ਤਖਤ ਸਿੰਘ ਹੋਣਾ ਦੀ ਸਾਰੀ ਉਹਨਾਂ ਦੀ ਜਿੰਦਾ ਸ਼ਹੀਦ ਹੋਣ ਦੇ ਤੇ ਉਹਨਾਂ ਦੀ ਇਸ ਤਰ੍ਹਾਂ ਦੀ ਇਸਤਰੀਆਂ ਦੀ ਸਿੱਖਿਆ ਲਈ ਐਡਾ ਵੱਡਾ ਯੋਗਦਾਨ ਉਹਨਾਂ ਸਮਿਆਂ 'ਚ ਦੇਣ ਲਈ ਉਹ ਧੰਨਵਾਦ ਵਰਗੀ ਚਿੱਠੀ ਲਿਖਦੇ ਆ ਇਹਦੇ ਵਿੱਚ ਪਿਆਰ ਭਰੀ। ਭਾਈ 118 ਸਾਲ ਹੋ ਗਏ ਸਕੂਲ ਬਣੇ ਨੂੰ, ਕੋਈ ਹੱਥ ਲਿਖਤਾਂ ਵੀ ਮੌਜੂਦ ਹੈਗੀਆਂ ਨੇ ਸਕੂਲ ਦੇ ਵਿੱਚ? ਹਾਂਜੀ, ਇਹਦੇ ਬਾਰੇ ਆਪਾਂ ਗੱਲ ਕਰਨੋਂ ਰਹਿ ਗਈ ਸੀ ਕਿ ਉਹ ਭਾਈ ਤਖਤ ਸਿੰਘ ਹੋਣੀ ਇਕੱਲੇ ਸਿਰਫ ਇੱਕ ਵਿੱਦਿਆਦਾਨੀ ਨਹੀਂ ਸੀਗੇ, ਉਹ ਸਾਹਿਤ ਦੇ ਵੀ ਰਸੀਏ ਸੀ। ਉਹਨਾਂ ਨੇ ਸਿੱਖ ਸਾਹਿਤ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਹੱਥ ਲਿਖਤਾਂ, ਬਹੁਤ ਰੇਅਰ ਕਿਤਾਬਾਂ ਦਾ ਜਿਹੜਾ ਕਲੈਕਸ਼ਨ ਕੀਤੀ ਸੀਗੀ। ਉਹ ਇੱਥੇ ਉਹਦਾ ਨਾਮ ਉਹਨਾਂ ਨੇ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਰੱਖਿਆ ਸੀਗਾ।
ਤੇ ਬਹੁਤ ਅਣਮੁੱਲੀਆਂ ਕਿਤਾਬਾਂ ਸੀਗੀਆਂ। 1983 ਤੱਕ ਉਹ ਕਿਤਾਬਾਂ ਇੱਥੇ ਰਹੀਆਂ। 1983 ਦੇ ਵਿੱਚ ਜਦੋਂ ਇਹ ਗੱਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪਤਾ ਲੱਗਦਾ ਕਿ ਬਹੁਤ ਅਣਮੁੱਲੇ ਖਰੜੇ ਜਿਹੜੇ ਆ ਉਹ ਇੱਥੇ ਪਏ ਆ, ਤਾਂ ਉਹਨਾਂ ਦੀ ਸੰਭਾਲ ਤੇ ਉਹਨਾਂ ਦੀ ਜ਼ਰੂਰਤ ਬਹੁਤ ਸਾਰੇ ਵਿਦਵਾਨ ਜਾਂ ਖੋਜਕਾਰਾਂ ਨੂੰ ਉੱਥੇ ਯੂਨੀਵਰਸਿਟੀ 'ਚ ਹੋ ਸਕਦੀ ਹੈ, ਤਾਂ ਉਹ ਸਾਰੀ ਕਲੈਕਸ਼ਨ ਨੂੰ ਇੱਥੋਂ ਲੈ ਗਏ ਸਨ। ਅੱਜ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੇਨ ਲਾਇਬ੍ਰੇਰੀ ਵਿੱਚ ਇੱਕ ਪੂਰਾ ਸ਼ੈਲਫ ਹੈ, ਇੱਕ ਪੂਰਾ ਸੈਕਸ਼ਨ ਹੈ ਜਿਹਦੇ ਉੱਤੇ ਲਿਖਿਆ ਸਿੱਖ ਕੰਨਿਆ ਮਹਾਵਿਦਿਆਲਿਆ ਵਾਲਾ ਸੈਕਸ਼ਨ। ਉਸ ਸੈਕਸ਼ਨ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਰੇਅਰ ਕਿਤਾਬਾਂ ਭਾਈ ਤਖਤ ਸਿੰਘ ਉਹਨਾਂ ਨੇ ਇਕੱਠੀਆਂ ਕੀਤੀਆਂ ਸੀ, ਉਹ ਅੱਜ ਵੀ ਉੱਥੇ ਸੁਸ਼ੋਭਿਤ ਨੇ ਤੇ ਬਹੁਤ ਸਾਰੇ ਵਿਦਿਆਰਥੀ ਉਹਦੇ ਤੋਂ ਬਹੁਤ ਰੇਅਰ ਕਿਤਾਬਾਂ ਤੋਂ ਲਾਭ ਵੀ ਲੈਂਦੇ ਆ। ਇਸ ਤੋਂ ਇਲਾਵਾ ਇੱਕ ਮੈਗਜ਼ੀਨ ਵੀ ਭਾਈ ਸਾਹਿਬ ਚਲਾਉਂਦੇ ਸੀ, ਪੰਜਾਬੀ ਭੈਣ। ਉਹ ਮੈਗਜ਼ੀਨ ਵੀ ਲਗਾਤਾਰ ਉਹਨਾਂ ਦੇ ਜੀਵਨ ਦੌਰਾਨ ਜਿਹੜਾ ਚੱਲਦਾ ਰਿਹਾ, ਤੇ ਉਹ ਵੀ ਪੰਜਾਬੀ ਦੀ ਸਾਹਿਤ ਦੇ ਵਿੱਚ ਤੇ ਪੰਜਾਬੀ ਸਿੱਖੀ ਧਾਰਮਿਕ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕਹੀ ਜਾ ਸਕਦੀ ਉਹਨਾਂ ਵੱਲੋਂ। ਤੇ ਸਾਰਾ ਇਤਿਹਾਸ ਸੁਣ ਲਿਆ। ਇੱਕ ਕੈਮਰਾ ਮੈਨੂੰ ਕਹੂੰਗਾ ਵੀ ਇਸ ਪਾਸੇ ਵੀ ਨਜ਼ਰ ਮਾਰ ਕੇ ਦਿਖਾ ਦੇਣ। ਇਹ ਇਤਿਹਾਸ ਦੀ ਉਹ ਪਲੇਟ ਲੱਗੀ ਹੋਈ ਹੈ ਜਦੋਂ ਭਾਈ ਤਖਤ ਸਿੰਘ ਜੀ ਨੇ ਇਹ ਸਕੂਲ ਬਣਾਇਆ ਸੀ, ਜਾਣਕਾਰੀ ਦਿੱਤੀ ਹੋਈ ਹੈ, 10 ਗੁਰੂਆਂ ਦੇ ਨਾਮ ਵੀ ਲਿਖੇ ਹੋਏ ਨੇ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਕਿ ਗੁਰਦੁਆਰਾ ਵੀ ਇੱਥੇ ਮੌਜੂਦ ਹੈ, ਤੁਸੀਂ ਕਹਿੰਦੇ ਵੀ 1906 ਦਾ ਬਣਿਆ ਹੋਇਆ ਹੈ। ਧਾਰਮਿਕ ਪੱਖੋਂ ਭਾਈ ਸਾਹਿਬ ਕੀ ਕਰਦੇ ਸਨ? ਕੀ ਅੰਮ੍ਰਿਤ ਵੀ ਛਕਾਇਆ ਜਾਂਦਾ ਸੀ ਜਾਂ ਪਾਠ ਵੀ ਹੁੰਦਾ ਸੀ ਇੱਥੇ ਸਵੇਰੇ ਸ਼ਾਮ? ਜੀ ਹਾਂ, ਪਾਠ ਸਵੇਰੇ ਸ਼ਾਮ ਹੁੰਦਾ ਸੀਗਾ। ਉਹ ਧਾਰਮਿਕ ਵਿੱਦਿਆ ਜਿਹੜੀ ਆ ਉਹ ਅੱਜ ਵੀ ਇੱਥੇ ਧਰਮ ਦੀ ਉਹ ਇੱਕ ਮਤਲਬ ਸੀਟ ਹੈਗੀ ਆ, ਇੱਕ ਟੀਚਰ ਰੱਖਿਆ ਜਾਂਦਾ, ਭਰਤੀ ਕੀਤਾ ਜਾਂਦਾ ਜਿਹੜਾ ਧਰਮ ਦੀ ਸਿੱਖੀ ਸਰੂਪ ਜਿਹੜਾ ਸਿੱਖੀ ਸਰੂਪ ਦੇ ਵਿੱਚ ਉਹ ਅਧਿਆਪਕ ਇੱਥੇ ਹੁੰਦੇ ਹਨ ਤੇ ਉਹ ਉਹਨਾਂ ਦਾ ਉਹ ਧਰਮ ਹੀ ਪੜ੍ਹਾਉਂਦੇ ਆ ਬੱਚਿਆਂ ਨੂੰ। ਪਰ ਇੱਕ ਖਾਸ ਗੱਲ ਇੱਥੇ ਹੈ ਕਿ ਇਹ ਬਹੁਤ ਜ਼ਿਆਦਾ ਸੈਕੂਲਰ ਸਕੂਲ ਸੀਗਾ। ਇਸ ਸਕੂਲ ਦੇ ਵਿੱਚ ਹਿੰਦੂ ਕੁੜੀਆਂ ਤੇ ਮਤਲਬ ਮੁਸਲਮਾਨ ਵੀ ਕੁੜੀਆਂ, ਕਿਉਂਕਿ ਅਸੀਂ ਜਾਣਦੇ 47 ਤੋਂ ਪਹਿਲਾਂ ਇਹ ਮੁਸਲਮ ਬਹੁ ਗਿਣਤੀ ਵਾਲਾ ਇਲਾਕਾ ਸੀਗਾ ਤੇ ਜ਼ਿਆਦਾਤਰ ਮੁਸਲਮਾਨ ਸੀਗੇ। ਹਿੰਦੂ ਕੁੜੀਆਂ, ਸਿੱਖ ਕੁੜੀਆਂ ਸਭ ਪੜ੍ਹਦੀਆਂ ਰਹੀਆਂ ਇੱਥੇ ਤੇ ਹਰੇਕ ਦੇ ਧਰਮ ਦੀ ਪੂਰੀ ਇੱਜ਼ਤ ਕੀਤੀ ਜਾਂਦੀ ਸੀ। ਐ ਨਹੀਂ ਸੀਗਾ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਕਰਦਿਆਂ ਸ਼ਾਇਦ ਦੂਜਿਆਂ ਦੇ ਉੱਤੇ ਵੀ ਫੋਰਸ ਕਰਦੇ ਹੋਣ, ਐਵੇਂ ਦਾ ਉਹਨਾਂ ਦੀ ਜੀਵਨ ਨਹੀਂ ਸੀਗਾ। ਇਹ ਸਭ ਵਾਸਤੇ ਇੱਕੋ ਜਿਹੇ ਤਰੀਕੇ ਨਾਲ ਖੁੱਲ੍ਹਾ ਹੋਇਆ ਸਕੂਲ ਸੀਗਾ। ਤੁਸੀਂ ਸਾਰੀ ਗੱਲ ਮੈਂ ਸੁਣ ਲਈ। ਇਤਿਹਾਸ ਜਿਵੇਂ ਸ਼ੁਰੂਆਤ ਵਿੱਚ ਜਾਂ ਐਂਡ ਵਿੱਚ ਮੈਂ ਕਹਿੰਦਾ ਹੁੰਦਾ ਹਮੇਸ਼ਾ ਕਿ ਇਤਿਹਾਸ ਜੋ ਹੈ ਆਪਣੇ ਸ਼ਹਿਰ ਤੇ ਆਪਣੇ ਕਸਬੇ ਦਾ ਅਲੱਗ-ਅਲੱਗ ਹੁੰਦਾ ਹੈ। ਸੂਬਿਆਂ ਦਾ ਵੀ ਇਤਿਹਾਸ ਨੇ, ਸ਼ਹਿਰ ਦਾ ਵੀ ਇਤਿਹਾਸ ਹੈ। ਇਹ ਵੀ ਇੱਕ ਇਤਿਹਾਸ ਸੀ ਜੋ ਤੁਹਾਨੂੰ ਦੱਸਿਆ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਪਹਿਲਾਂ ਕੁੜੀਆਂ ਦਾ ਸਕੂਲ 1906 ਵਿੱਚ ਬਣ ਕੇ ਤਿਆਰ ਹੋਇਆ ਸੀ।